ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਜੀ ਦੇ 8 ਬੰਦਾਂ ਤੇ 8 ਪੌੜੀਆਂ ਦੇ ਇਹ ਸ਼ਬਦ ਹੈ। ਪਹਿਲੂ ਗੁਰੂ ਨਾਨਕ ਦੇਵ ਜੀ ਦੇ 2 ਸ਼ਬਦ ਆਏ ਨੇ। ਹੁਣ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਹੈ। ਫਿਰ ਅੱਗੇ ਧੰਨ ਗੁਰੂ ਰਾਮਦਾਸ ਜੀ ਦੇ 6 ਸ਼ਬਦ ਆਉਣਗੇ। ਘਰ 10ਵਾਂ ਸੁਰ ਤਾਲ ਦੇ 10ਵੇਂ ਘਰ ਦੇ ਅੰਦਰ ਇਸ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਜਗ ਕਉਆ ਮੁਖ ਚੁੰਚ ਗਿਆਨ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਸਾਨੂੰ ਇਹ ਦੱਸ ਰਹੇ ਨੇ ਕਿ ਜਿਹੜਾ ਹੁਣ ਸਮਾਜ ਹੈ, ਜਿਸ ਸਮਾਜ ਦੇ ਵਿੱਚ ਅਸੀਂ ਜਿਉਂਦੇ ਹਾਂ, ਇਹ ਕਾਂ ਦੇ ਸੁਭਾਅ ਵਰਗਾ ਹੈ। ਜੇ ਯੁੱਗ ਸ਼ਬਦ ਹੋਵੇ ਨਾ, ਫਿਰ ਉਸ ਦਾ ਅਰਥ ਬਣਦਾ ਹੈ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਜਦੋਂ ਜਗ ਸ਼ਬਦ ਆ ਜਾਵੇ, ਫਿਰ ਇਸ ਦਾ ਅਰਥ ਬਣਦਾ ਹੈ ਸਮਾਜ, ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ। ਹੁਣ ਜਿਹੜਾ ਵਰਤਮਾਨ ਦੇ ਵਿੱਚ ਸਮਾਜ ਚੱਲ ਰਿਹਾ ਹੈ, ਅਸੀਂ ਸਾਰੇ ਸਮਾਜ ਦੇ ਵਿੱਚ ਜਿਉਂਦੇ ਹਾਂ। ਅਤੇ ਇਹ ਸਮਾਜ ਜਿਹੜਾ ਕਊਆ, ਇਹ ਕਾਂ ਦੀ ਤਰ੍ਹਾਂ ਹੈ। ਜਗ ਕਊਆ ਇਹ ਕਾਂ ਦੀ ਤਰ੍ਹਾਂ ਹੈ। ਕਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਔਗਣ ਹੁੰਦੇ ਹੋਣਗੇ, ਪਰ ਮੇਰੇ ਧਿਆਨ ਦੇ ਵਿੱਚ 3 ਔਗਣ ਆਏ ਨੇ। ਇੱਕ ਤਾਂ ਕਾਂ ਹੈ ਜਿਹੜਾ ਇਹ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ। ਇਹ ਵੀ ਮੈਨੂੰ ਗੁਰਬਾਣੀ ਨੇ ਦੱਸਿਆ। ਗੁਰਬਾਣੀ ਦੇ ਅੰਦਰ ਦਰਜ ਹੈ, ਕਹਾਂ ਕਾ ਕੋ ਕਪੂਰ ਚਿੜਾਓ। ਭਾਈ ਹੈ ਕਾਂ ਤੇ ਕਪੂਰ ਥੋੜ੍ਹੀ ਖਾਣ ਲੱਗਾ। ਕਪੂਰ ਬੜਾ ਸ਼ੁੱਧ ਪਦਾਰਥ ਹੈ, ਕਾਂ ਉਹਨੂੰ ਨਹੀਂ ਖਾਂਦਾ। ਅਤੇ ਫਿਰ ਖਾਂਦਾ ਕੀ? ਇਹ ਗੁਰਬਾਣੀ ਦੱਸਦੀ ਇਹ ਗੰਦਗੀ ਖਾਂਦਾ ਹੈ। ਇਹ ਗੰਦਗੀ ਖਾਏਗਾ, ਇਹਨੂੰ ਕਪੂਰ ਚੰਗੀ ਨਹੀਂ ਲੱਗਦੀ। ਇੱਕ ਇਹ ਹੈ। ਦੂਸਰਾ ਔਗਣ ਇਹ ਕਿ ਕਾਂ ਜੇ 2-4 ਇਕੱਠੇ ਹੋ ਜਾਣ ਨਾ, ਇਹ ਚੁੱਪ ਨਹੀਂ ਰਹਿ ਸਕਦੇ ਕਦੇ ਵੀ। 2-4 ਕੇਵਲ ਤੇ ਕੇਵਲ ਇੱਕ ਥਾਂ 'ਤੇ। ਜਦੋਂ ਅਸੀਂ ਹੇਮਕੁੰਟ ਸਾਹਿਬ ਜਾਂਦੇ ਹਾਂ, ਜਿੱਥੇ 5 ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਨੇ, 7 ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਨੇ, ਮਾਫ਼ ਕਰਨਾ, 7 ਨਿਸ਼ਾਨ ਸਾਹਿਬ 7 ਚੋਟੀਆਂ 'ਤੇ ਚੜ੍ਹਾਏ ਜਾਂਦੇ ਨੇ। ਉਸ ਤੋਂ ਥੋੜ੍ਹਾ ਜਿਹਾ ਅੱਗੇ ਕਾਂਗ ਪਸੁੰਡ ਦਾ ਏਰੀਆ ਆਉਂਦਾ ਹੈ। ਉੱਥੇ ਤੁਹਾਨੂੰ 2-3-4 ਕਾਂ ਬੈਠੇ ਜ਼ਰੂਰ ਮਿਲਣਗੇ ਅਤੇ ਉਹ ਬਿਲਕੁਲ ਸ਼ਾਂਤ ਹੋਣਗੇ, ਉਹ ਨਹੀਂ ਬੋਲਣਗੇ। ਕਈਆਂ ਦਾ ਇਹ ਵਿਚਾਰ ਹੈ ਵੀ ਕਾਂਗ ਪਸੁੰਡ ਜਿਹੜਾ ਹੈ ਨਾ, ਉਹ ਅੱਜ ਵੀ ਇਹਨਾਂ ਨੂੰ ਕਥਾ ਸੁਣਾ ਰਹੇ। ਰਹੋ ਵਿਚਾਰ ਮੈਂ ਉੱਧਰ ਨਾ ਜਾਵਾਂ, ਐਵੇਂ ਗੱਲ ਧਿਆਨ ਦੇ ਵਿੱਚ ਆ ਗਈ ਹੈ। ਕਾਂ ਜਿਹੜਾ ਇਹ ਜਦੋਂ 2-4-10 ਇਕੱਠੇ ਹੋ ਜਾਣਗੇ, ਫਿਰ ਇਹ ਚੁੱਪ ਨਹੀਂ ਬਹਿੰਦੇ। ਇਕੱਲਾ ਵੀ ਚੁੱਪ ਨਹੀਂ ਰਹਿੰਦਾ, ਇਕੱਲਾ ਵੀ ਬੋਲੀ ਜਾਂਦਾ ਹੈ। ਕਾਂ ਜਿਹੜਾ ਇਹਨੂੰ ਸੁਭਾਅ ਇਹਨੇ ਕਾਂ ਕਾਂ ਕਰਦਿਆਂ ਰਹਿਣਾ ਹੈ। ਇਹ ਦੂਸਰਾ ਔਗਣ ਹੈ। ਪਹਿਲਾ ਔਗਣ ਹੈ ਗੰਦਗੀ 'ਚ ਮੂੰਹ ਮਾਰਦਾ ਹੈ। ਦੂਸਰਾ ਕਾਂ ਦਾ ਔਗਣ ਹੈ ਇਹ ਚੁੱਪ ਨਹੀਂ ਹੁੰਦਾ। ਅਤੇ ਤੀਸਰਾ ਕਾਂ ਹੈ ਨਾ ਜਿਹੜਾ, ਇਹਦਾ ਇਹ ਵੀ ਔਗਣ ਹੈ ਕਿ ਜਦੋਂ ਕਿਤੇ ਕੋਈ ਜ਼ਖਮ ਹੁੰਦਾ ਹੈ ਨਾ, ਅੱਲਾ ਉਹਦੇ 'ਤੇ ਬੜੀ ਠੁੰਗ ਮਾਰਦਾ। ਪੁਰਾਣੇ ਸਮੇਂ ਦੇ ਵਿੱਚ ਸਾਡੇ ਊਠ ਬੋਤੇ ਬੋਤੀਆਂ ਹੁੰਦੇ ਸਨ, ਉਹਨਾਂ ਦੇ ਉੱਤੇ ਜਿਹੜੇ ਤਾਂਗੜ ਕੱਸੇ ਜਾਂਦੇ ਸਨ। ਅਸੀਂ ਤਾਂ ਭਾਈ ਤਾਂਗੜ ਆਖਦੇ ਸੀ, ਤੁਸੀਂ ਕੁਝ ਹੋਰ ਆਖਦੇ ਹੋਵੋ ਤੇ ਸਮਝ ਲੈਣਾ, ਮੈਨੂੰ ਪਤਾ ਨਹੀਂ। ਹਲਵਾਨ ਦੇ ਲਈ ਨਾ ਕੁਝ ਉੱਤੇ ਬੋਤੇ ਦੇ ਲਾਇਆ ਜਾਂਦਾ ਸੀ, ਉਹਨੂੰ ਤਾਂਗੜ ਆਖਿਆ ਜਾਂਦਾ ਸੀ। ਇਹ ਕਈ ਵਾਰੀ ਤਾਂਗੜ ਦੇ ਨਾਲ ਨਾ ਲਾਗ ਬਣ ਜਾਂਦੀ, ਚਮੜੀ ਸੀ ਜਿਹੜੀ ਉੱਤੋਂ ਛਿੱਲੀ ਜਾਂਦੀ, ਲਾਗਾ ਕਹਿ ਦਿੰਦੇ ਇਹਨੂੰ ਵੀ ਲਾਗਾ ਲੱਗ ਗਿਆ। ਫਿਰ ਕਾਂ ਤੋਂ ਇਹਨੂੰ ਬਚਾ ਕੇ ਰੱਖਣਾ ਪੈਂਦਾ ਸੀ। ਕਾਂ ਇੱਥੇ ਆਣ ਕੇ ਠੁੰਗ ਮਾਰਦਾ ਸੀ। ਜ਼ਖਮ ਜਿਹੜਾ ਉਹ ਹਰਾ ਰੱਖਦਾ ਸੀ, ਉਹਨੂੰ ਸੁੱਕਣ ਨਹੀਂ ਸੀ ਦਿੰਦਾ। ਇਹ ਤੀਸਰਾ ਔਗਣ ਹੈ ਕਾਂ ਦੇ ਅੰਦਰ। ਪਹਿਲਾ ਔਗਣ ਹੈ ਗੰਦਗੀ 'ਚ ਮੂੰਹ ਮਾਰਦਾ ਹੈ। ਦੂਸਰਾ ਔਗਣ ਹੈ ਇਹ ਚੁੱਪ ਕਰਕੇ ਨਹੀਂ ਬਵੇਗਾ। ਤੀਸਰਾ ਔਗਣ ਹੈ ਇਹ ਜਿੱਥੇ ਵੀ ਜ਼ਖਮ ਹੋਏਗਾ ਨਾ, ਉੱਥੇ ਇਹਨੇ ਚੁੰਝ ਮਾਰਨੀ ਹੈ। ਜਗ ਕਊਆ ਇਹ ਜਿਹੜਾ ਹੁਣ ਸਮਾਜ ਚੱਲ ਰਿਹਾ, ਇਹਦੇ ਵਿੱਚ ਵੀ ਇਹ 3 ਔਗਣ ਨੇ। ਪਹਿਲਾ ਔਗਣ ਹੈ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ,
ਸੱਚੇ ਸਤਿਗੁਰ ਦੀ ਬਾਣੀ ਹੋਵੇ ਉਹਨੂੰ ਸੁਣਨਾ ਨਹੀਂ, ਪੜ੍ਹਨਾ ਨਹੀਂ, ਵਿਚਾਰਨਾ ਨਹੀਂ। ਤੇ ਜਿੱਥੇ ਕੋਈ ਗਾਣੇ ਆਦਿਕ, ਜਿਵੇਂ ਵੇਖੋ ਗੁਰੂ ਘਰਾਂ ਦੇ ਵਿੱਚ ਕਥਾ ਵਿਚਾਰਾਂ ਹੁੰਦੀਆਂ ਨੇ, ਗੁਰੂ ਘਰਾਂ ਦੇ ਵਿੱਚ ਕੀਰਤਨ ਹੁੰਦਾ ਹੈ, ਉੱਥੇ ਇਤਨਾ ਇਕੱਠ ਨਹੀਂ ਹੁੰਦਾ। ਤੇ ਪਿੰਡ ਦੇ ਵਿੱਚ ਜੇ ਕੋਈ ਗਾਉਣ ਵਾਲੀ ਜਾਂ ਗਾਉਣ ਵਾਲਾ ਆ ਜਾਵੇ ਤੇ ਉੱਥੇ ਭਾਈ ਫਿਰ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ। ਇਹ ਹੁਣ ਕਾਂ ਦੀ ਬਿਰਤੀ ਹੈ ਨਾ, ਗੰਦਗੀ ਵਾਲੇ ਪਾਸੇ ਅਸੀਂ ਜਾਣਾ ਹੈ। ਤੇ ਅਸਲੀਅਤ ਜਿਹੜੀ ਹੈ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਜਿਹੜਾ ਕਪੂਰ ਵਰਗਾ ਗਿਆਨ ਹੈ, ਇਸ ਪਾਸੇ ਨਹੀਂ ਆਉਣਾ। ਫਿਰ ਦੂਜਾ ਉਗਣ ਹੈ ਜਿਹੜਾ ਚੁੱਪ ਨਾ ਰਹਿੰਦਾ। ਅਸੀਂ ਚੁੱਪ ਨਹੀਂ ਰਹਿ ਸਕਦੇ। ਇਹ ਸਮਾਜ ਜਿਹੜਾ ਜਿਹਦੇ ਵਿੱਚ ਅਸੀਂ ਜਿਉ ਰਹੇ ਹਾਂ, ਅਸੀਂ ਵੀ ਇਸੇ ਸਮਾਜ ਦਾ ਇੱਕ ਅੰਗ ਹਾਂ। ਕਿਸੇ ਇੱਕ ਨੂੰ ਇੱਕ ਗੱਲ ਨਹੀਂ ਆਖੀ ਜਾਂਦੀ, ਇਹ ਸਾਡੇ ਸਾਰਿਆਂ 'ਤੇ ਟੋਕਦੀ ਹੈ। ਮੈਂ ਵੀ ਤੁਹਾਡੇ ਵਿੱਚ ਆ ਜਾਂਦਾ। ਅਸੀਂ ਚੁੱਪ ਨਹੀਂ ਰਹਿ ਸਕਦੇ, ਚੁੱਪ ਕਰਕੇ ਨਹੀਂ ਬੈਠ ਸਕਦੇ। ਜਿੱਥੇ ਵੀ ਚਾਰ ਹੋਵਾਂਗੇ ਨਾ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੈ ਜਿਹੜੀ ਉਹ ਚੱਲਦੀ ਰਹੇਗੀ। ਤੀਸਰਾ ਵੇਖੋ, ਸਮਾਜ ਦੇ ਅੰਦਰ ਚੱਲਦਿਆਂ ਹੋਇਆਂ ਕੁਝ ਕਰਮਾਂ ਦਾ ਜ਼ੋਰ ਪੈ ਜਾਂਦਾ ਹੈ ਤੇ ਕੁਝ ਸੰਸਕਾਰਾਂ ਦਾ ਜ਼ੋਰ ਪੈਂਦਾ ਹੈ। ਦੋ ਕਿਰਿਆਵਾਂ ਨੇ ਜਿਹਦੇ ਨਾਲ ਸਾਡੀ ਸੰਤਾਨ ਵਿਗੜਦੀ ਹੈ। ਸਾਡੇ ਬੱਚੇ ਦੇ ਵਿੱਚ ਜਿਹੜਾ ਵਿਗਾੜ ਹੁੰਦਾ ਹੈ, ਜਿਹੜੇ ਔਗਣ ਹੁੰਦੇ ਨੇ ਨਾ, ਇਹਦੇ ਦੋ ਕਾਰਨ ਵਿਦਵਾਨਾਂ ਨੇ ਮੰਨੇ ਨੇ। ਇੱਕ ਤਾਂ ਪਰਿਵਾਰ ਦੀ ਰਹਿਣੀ ਪੈਣੀ, ਇਹਨੂੰ ਸੰਸਕਾਰ ਆਖਿਆ ਜਾਂਦਾ। ਪਰਿਵਾਰ ਰਹਿੰਦਾ ਬਹਿੰਦਾ ਕਿਵੇਂ? ਮੈਂ ਵੀ ਖੋਲ੍ਹ ਦਿਆਂ ਥੋੜ੍ਹਾ ਜਿਹਾ। ਟੈਲੀਵਿਜ਼ਨ ਲੱਗੀ ਹੈ, ਉਹਦੇ 'ਤੇ ਗੰਦੇ ਚਲਚਿੱਤਰ ਚੱਲ ਰਹੇ ਨੇ ਤੇ ਸਾਰਾ ਪਰਿਵਾਰ ਇੱਕੇ ਥਾਂ 'ਤੇ ਬੈਠਾ ਹੈ। ਭੈਣ ਨੂੰ ਭਰਾ ਦੀ ਸ਼ਰਮ ਨਹੀਂ, ਭਰਾ ਨੂੰ ਭੈਣ ਦੀ ਸ਼ਰਮ ਨਹੀਂ, ਪਿਓ ਨੂੰ ਧੀ ਦੀ ਨਹੀਂ, ਧੀ ਨੂੰ ਪਿਓ ਦੀ ਨਹੀਂ। ਇਹ ਘਰ ਦਾ ਸੰਸਕਾਰ ਹੈ ਜਿਹੜਾ, ਇਹ ਗਲਤ ਹੈ। ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਅਸੀਂ ਵੇਖਦੇ ਹਾਂ, ਇਹਦੇ ਨਾਲ ਬੱਚਿਆਂ ਦੇ ਉੱਤੇ ਬੜਾ ਗਲਤ ਅਸਰ ਪੈਂਦਾ ਹੈ। ਬੱਚਿਆਂ ਨੂੰ ਸਾਡੀ ਜਿਹੜੀ ਸ਼ਰਮ ਹੁੰਦੀ ਫਿਰ ਉਹ ਨਹੀਂ ਰਹਿੰਦੀ। ਸਾਡੀ ਸ਼ਰਮ ਹੈ ਜਿਹੜੀ ਬੱਚਿਆਂ ਤੋਂ ਉਹ ਚੁੱਕੀ ਜਾਂਦੀ ਹੈ। ਸੋ ਇਸ ਤਰ੍ਹਾਂ ਕਿਸੇ ਦਾ ਕੋਈ ਨਾ ਕੋਈ ਅੱਲਾ ਜ਼ਖਮ ਹੋਵੇ ਤੇ ਫਿਰ ਉੱਥੇ ਅਸੀਂ ਠੁੰਗ ਮਾਰਨੋਂ ਨਹੀਂ ਹਟਦੇ। ਗੱਲ ਨੂੰ ਬੁਲਾ ਕੇ ਘੁਮਾ ਕੇ ਉਸ ਜ਼ਖਮ ਦੇ ਉੱਤੇ ਲੈ ਆਉਂਦੇ ਹਾਂ ਵੀ ਪੁਰਾਣੇ ਸਮੇਂ ਨਾ ਇਹਦੇ ਨਾਲ ਇਸ ਤਰ੍ਹਾਂ ਹੋਇਆ ਸੀ ਜਾਂ ਇਸ ਤਰ੍ਹਾਂ ਹੋਇਆ ਹੈ। ਇਹ ਤਿੰਨ ਗੁਣ ਜਿਹੜੇ ਨੇ, ਇਹ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸੇ ਨੇ ਤੇ ਦੱਸੇ ਨੇ ਕਾਂ ਦੇ ਸੁਭਾਅ ਦੇ ਨਾਲ ਜੋੜ ਕੇ। ਜਗ ਕਊਆ, ਇਹ ਸੰਸਾਰ ਕਾਂ ਦੀ ਤਰ੍ਹਾਂ ਹੈ। ਜਿਵੇਂ ਕਾਂ ਦੇ ਵਿੱਚ ਇਹ ਤਿੰਨ ਔਗਣ ਨੇ, ਉਸੇ ਤਰ੍ਹਾਂ ਸਾਡੇ ਵਿੱਚ ਤਿੰਨ ਔਗਣ ਨੇ। ਕਿਸੇ ਦਾ ਅੱਲਾ ਜ਼ਖਮ ਹੋਵੇ, ਭਾਵ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਸਮਾਜਿਕ ਇੱਜ਼ਤ ਪਾਤੀ ਜਾਂ ਕੋਈ ਹੋਰ ਗਰੀਬੀ ਆਦਿਕ ਦੀ ਠੋਕਰ ਵੱਜੀ ਹੋਵੇ, ਅਸੀਂ ਉਹਨੂੰ ਚਿਤਾਰਨੋਂ ਨਹੀਂ ਹਟਦੇ, ਉਹਨੂੰ ਆਖਣੋਂ ਨਹੀਂ ਹਟਦੇ। ਦੂਸਰਾ, ਅਸੀਂ ਚੁੱਪ ਕਰਕੇ ਨਹੀਂ ਰਹਿ ਸਕਦੇ। ਬਾਣੀ ਪੜ੍ਹਨੀ, ਸਿਮਰਨ ਕਰਨਾ, ਮਨ ਨੂੰ ਸ਼ਾਂਤ ਰੱਖਣਾ, ਇਸ ਪਾਸੇ ਨਹੀਂ। ਅਸੀਂ ਗੱਲਾਂ ਵਿਚਾਰਾਂ ਦੇ ਨਾਲ ਆਪਣਾ ਸਮਾਂ ਜਿਹੜਾ ਉਹ ਜ਼ਿਆਦਾ ਖਰਾਬ ਕਰਦੇ ਹਾਂ। ਤੇ ਤੀਸਰਾ, ਅਸੀਂ ਗੰਦਗੀ ਦੇ ਵਿੱਚ ਮੂੰਹ ਮਾਰਨ ਵਾਲੇ ਹਾਂ। ਅੱਗੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਵਿਸ਼ਰਾਮ ਤੋਂ ਉਪਰੰਤ ਦੱਸਦੇ ਨੇ, ਮੁੱਖ ਚੁੰਝ ਗਿਆਨ। ਤੇ ਹੈ ਕਿਹੜੇ ਅਸੀਂ? ਚੁੰਝ ਗਿਆਨੀ। ਚੁੰਝ ਗਿਆਨੀ ਉਹਨੂੰ ਆਖਿਆ ਜਾਂਦਾ ਜਿਹੜਾ ਅਸਲੀਅਤ ਤੋਂ ਸੱਖਣਾ ਹੋਵੇ, ਜਿਹਨੂੰ ਅਸਲੀਅਤ ਦਾ ਪਤਾ ਨਾ ਹੋਵੇ, ਜਿਹੜਾ ਅਸਲੀਅਤ ਤੱਕ ਨਾ ਪਹੁੰਚਿਆ ਹੋਵੇ, ਉਹਨੂੰ ਫਿਰ ਚੁੰਝ ਗਿਆਨੀ ਆਖਿਆ ਜਾਂਦਾ ਹੈ। ਪੁਰਾਣਾ ਸਮਾਂ ਸੀ, ਜਦੋਂ ਕਿਸੇ ਦਾ ਮੁਕੱਦਮਾ ਹੁੰਦਾ ਨਾ, ਜਿਹੜਾ ਜੱਜ ਸੀ, ਉਹ ਜਿਹੜਾ ਰਾਜਾ ਹੁੰਦਾ ਸੀ, ਉਹ ਅਸਲੀਅਤ ਤੱਕ ਪਹੁੰਚਦਾ ਸੀ ਵੀ ਸੱਚਾਈ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਅੱਜ ਕੱਲ੍ਹ ਦੇ ਜਿਹੜੇ ਜੱਜ ਨੇ, ਫੈਸਲਾ ਕਰਨ ਵਾਲੇ ਨੇ, ਇਹ ਸੱਚ ਤੱਕ ਨਹੀਂ ਪਹੁੰਚਦੇ। ਕੇਵਲ ਤੇ ਕੇਵਲ ਵਕੀਲਾਂ ਦੀਆਂ ਦਲੀਲਾਂ ਦੇ ਨਾਲ ਹੀ ਫੈਸਲਾ ਕਰਦੇ ਨੇ। ਇਹਨੂੰ ਆਖਿਆ ਜਾਂਦਾ ਹੈ ਮੁੱਖ ਚੁੰਝ ਗਿਆਨ। ਹੁਣ ਜਿਹੜਾ ਵਕੀਲ ਜ਼ਿਆਦੀ ਦਲੀਲ ਦੇ ਦਿੰਦਾ ਹੈ, ਉਸ ਦੀ ਜਿੱਤ ਹੋ ਜਾਂਦੀ ਹੈ। ਭਾਵੇਂ ਉਸ ਦਾ ਜਿਹੜਾ ਮੁਜਰਮ ਹੈ ਉਹ ਬਿਲਕੁਲ ਦੋਸ਼ੀ ਹੋਵੇ, ਉਹਨੂੰ ਫਿਰ ਵੀ ਸਜ਼ਾ ਨਹੀਂ ਮਿਲਦੀ, ਸਜ਼ਾ ਤੋਂ ਬਚ ਜਾਂਦਾ। ਤੇ ਜਿਸ ਦਾ ਵਕੀਲ ਦਲੀਲ ਨਾ ਦੇਣ ਵਾਲਾ ਹੋਵੇ, ਜਿਹਦੇ ਕੋਲ ਦਲੀਲਾਂ ਦੀ ਕਮੀ ਹੋਵੇ, ਦਲੀਲ ਦੇਣ ਦੇ ਯੋਗ ਨਾ ਹੋਵੇ, ਉਹ ਹਾਰ ਜਾਂਦਾ ਹੈ, ਭਾਵੇਂ ਉਸ ਦਾ ਜਿਹੜਾ ਕਲਾਇੰਟ ਹੈ ਉਹ ਬਿਲਕੁਲ ਸੱਚਾ ਹੋਵੇ। ਇਹਨੂੰ ਆਖਿਆ ਜਾਂਦਾ ਚੁੰਝ ਗਿਆਨੀ, ਭਾਵ ਮੂੰਹ ਦੀਆਂ ਗੱਲਾਂ ਸੁਣ ਕੇ ਹੀ ਅਸੀਂ ਫੈਸਲਾ ਕਰ ਦੇਣਾ, ਅਸੀਂ ਤਹਿ ਤੱਕ ਜਿਹੜਾ ਨਾ ਉਹ ਨਾ ਜਾਣਾ। ਇੱਥੇ ਹੁਣ ਇੱਕ ਰਾਜਨੀਤਿਕ ਪੱਖ ਹੈ ਜਿਹੜਾ
ਆਚਾਰਿਆ ਜੀ ਨੇ ਲਿਖਿਆ ਹੈ, ਮੈਂ ਉਹ ਵੀ ਆਪ ਜੀ ਦੇ ਅੱਗੇ ਥੋੜਾ ਪੇਸ਼ ਕਰ ਦਿਆਂ। 3 ਬੰਦੇ ਨੇ ਜਿਹੜੇ ਇਹ ਭਾਵੇਂ 100% ਸੱਚੇ ਹੋਣ ਨਾ, ਇਹਨਾਂ ਨੂੰ ਸਮਾਜ ਸੱਚਿਆ ਨਹੀਂ ਹੋਣ ਦਿੰਦਾ। ਕਿਹੜੇ ਨੂੰ? ਇੱਕ ਪਰਦੇਸੀ ਨੂੰ, ਇੱਕ ਬੱਚੇ ਨੂੰ ਤੇ ਇੱਕ ਵਿਧਵਾ ਔਰਤ ਨੂੰ। ਪੰਚਾਇਤ ਹੁੰਦੀ, ਕਿਤੇ ਫੈਸਲਾ ਹੁੰਦਾ ਹੋਵੇ ਤੇ ਬੱਚਾ ਜਿਹੜਾ ਇਹ 100% ਠੀਕ ਹੋਵੇ, ਤੁਸੀਂ ਉਸ ਬੱਚੇ ਦੀ ਸਪੋਰਟ ਕਰੋ ਤੇ ਪੰਚਾਇਤ ਇਹ ਕਹਿ ਕੇ ਨਿਬੇੜ ਦੇਗੀ ਵੀ ਚੱਲ ਇਹ ਤਾਂ ਬੱਚਾ ਕੀ ਹੁੰਦਾ ਹੈ, ਫੈਸਲਾ ਨਹੀਂ ਕਰਨਾ, ਤਹਿ ਤੱਕ ਨਹੀਂ ਜਾਣਾ, ਇਹ ਵੀ ਚੁੰਝ ਗਿਆਨ 'ਚ ਹੀ ਹੁੰਦਾ ਹੈ। ਇਹਨੂੰ ਵੀ ਚੁੰਝ ਗਿਆਨੀ ਆਖਿਆ ਜਾਂਦਾ। ਪੱਖਪਾਤ ਪੂਰ ਰਿਹਾ ਹੁਣ। ਚੱਲ ਕੋਈ ਨਹੀਂ, ਇਹ ਜਵਾਕ ਹੈ, ਕੋਈ ਨਹੀਂ, ਜੇ ਜਵਾਕ ਦੇ 2 ਲਾਤੀਆਂ ਤੇ ਕੁਝ ਨਹੀਂ ਹੁੰਦਾ, ਪਰ ਫੈਸਲਾ ਜਿਹੜਾ ਨਾ ਉਹ ਸੱਚਾਈ ਨੂੰ ਲੈ ਕੇ ਨਹੀਂ ਕੀਤਾ ਜਾਂਦਾ। ਦੂਸਰਾ ਪਰਦੇਸੀ ਜਿਹੜਾ, ਉਹਦੀ ਸਪੋਰਟ ਨਹੀਂ ਕੋਈ ਕਰਦਾ। ਅਗਲਾ ਕਹਿੰਦਾ ਮੈਂ ਬਲਾਦਰੀ ਦੇ ਵਿੱਚ ਰਹਿਣਾ, ਭਾਈਚਾਰੇ 'ਚ ਰਹਿਣਾ ਹੈ, ਇਹਦਾ ਕੀ ਪਤਾ ਕਦੋਂ ਇੱਥੋਂ ਚਲਾ ਜਾਵੇ, ਅੱਜ ਆਇਆ 4 ਦਿਨ ਕੰਮ ਕਰਕੇ ਚਲਾ ਜਾਏਗਾ। ਇਹ 100% ਵੀ ਸੱਚਾ ਹੋਵੇ ਤੇ ਫਿਰ ਵੀ ਇਹਨੂੰ ਝੂਠ ਦਾ ਹੀ ਟਾਕਰਾ ਕਰਨਾ ਪੈਂਦਾ ਹੈ, ਝੂਠਾ ਹੀ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਵਿਧਵਾ ਔਰਤ, ਉਹਦੇ ਨਾਲ ਤੁਸੀਂ ਜੇ ਖੜੇ ਹੋ ਜਾਵੋਗੇ ਨਾ ਤੇ ਲੋਕੀ ਤੁਹਾਡਾ ਗਲਤ ਕਨੈਕਸ਼ਨ ਜੋੜ ਕੇ ਤੁਹਾਨੂੰ ਚੁੱਪ ਕਰਾ ਦੇਣਗੇ। ਇਹ ਵੀ ਚੁੱਚ ਗਿਆਨ ਹੈ। ਜਿਹੜਾ ਅਸਲੀਅਤ ਤੱਕ ਨਾ ਪਹੁੰਚੇ, ਸੱਚਾਈ ਦੀ ਖੋਜ ਨਾ ਕਰੇ, ਉਹਨੂੰ ਚੁੰਝ ਗਿਆਨੀ ਆਖਿਆ ਜਾਂਦਾ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਗ ਦਾ ਅਰਥ ਹੈ ਸਮਾਜ। ਜਿਹੜੇ ਸਮਾਜ ਦੇ ਵਿੱਚ ਆਪਾਂ ਜਿਉਂਦੇ ਹਾਂ, ਜੇ ਜੱਜੇ ਨੂੰ ਔਂਕੜ ਹੁੰਦੀ ਫਿਰ ਯੁੱਗ ਸ਼ਬਦ ਬਣਦਾ ਸੀ, ਤੇ ਯੁੱਗ ਦਾ ਅਰਥ ਹੈ ਸਤਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ। ਤੇ ਜਗ ਦਾ ਅਰਥ ਹੁੰਦਾ ਸਮਾਜ, ਜਿਹੜੇ ਜਗ ਦੇ ਵਿੱਚ ਆਪਾਂ ਜੀ ਰਹੇ ਹਾਂ। ਜਗ ਤੋਂ ਅੱਗੇ ਫਿਰ ਜਗਤ ਬਣ ਜਾਂਦਾ ਹੈ। ਜਿਹੜੇ ਜਗਤ ਦੇ ਵਿੱਚ, ਜਿਹੜੇ ਸਮਾਜ ਦੇ ਵਿੱਚ ਅਸੀਂ ਜੀ ਰਹੇ ਹਾਂ, ਇੱਥੇ ਨਾ ਸਮਾਜ ਦੀ ਜਿਹੜੀ ਸੁਭਾਵਿਕ ਬਿਰਤੀ ਹੈ ਉਹ ਇਸ ਤਰ੍ਹਾਂ ਦੀ ਹੈ, ਜਿਵੇਂ ਕਾਂ ਹੈ ਗੰਦਗੀ 'ਚ ਮੂੰਹ ਮਾਰਦਾ ਹੈ। ਕਾਂ ਜਿਹੜਾ ਇਹ ਚੁੱਪ ਕਰਕੇ ਨਹੀਂ ਰਹਿ ਸਕਦਾ, ਅਵਾ ਤਵਾ ਐਵੇਂ ਬੋਲੀ ਜਾਂਦਾ ਰਹਿੰਦਾ ਹੈ। ਤੇ ਦੂਸਰਾ ਜਿਹੜੇ ਅੱਲੇ ਜ਼ਖਮ ਹੁੰਦੇ ਨੇ, ਉਹਨਾਂ 'ਤੇ ਚੁੰਝ ਮਾਰਨ ਦੀ ਇਹਨੂੰ ਆਦਤ ਹੁੰਦੀ ਹੈ। ਮੁੱਖ ਚੁੰਝ ਗਿਆਨ। ਤੇ ਇਹ ਸਮਾਜ ਦੇ ਵਿੱਚ ਜਿਤਨੇ ਨੇ ਨਾ, ਸਾਰੇ ਚੁੰਝ ਗਿਆਨੀ ਨੇ, ਭਾਵ ਮੂੰਹ ਨਾਲ ਗੱਲਾਂ ਕਰਨ ਵਾਲੇ ਨੇ। ਕੋਈ ਬਾਂਹ ਕੱਢ ਕੇ ਇਹ ਨਹੀਂ ਕਹਿ ਸਕਦਾ ਵੀ ਇਹ ਸੱਚਾ ਹੈ ਤੇ ਤੁਸੀਂ ਇਹਨੂੰ ਝੂਠਾ ਕਿਵੇਂ ਕਰ ਰਹੇ ਹੋ, ਇਹ ਨਹੀਂ ਕੋਈ ਆਖੇਗਾ। ਕੇਵਲ ਤੇ ਕੇਵਲ ਜਿੰਦੇ ਪਾਸੇ 4 ਪ੍ਰਾਣੀ ਹੋ ਜਾਣਗੇ, ਦਲੀਲਾਂ ਦੇਣਗੇ, ਉਹ ਸੱਚਾ ਹੋ ਜਾਂਦਾ ਹੈ ਜੀ। ਅੰਤਰ ਲੋਭ ਝੂਠ ਅਭਿਮਾਨ। ਇਸ ਦੇ ਨਾਲ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਫਿਰ ਇਹ ਚੁੰਝ ਗਿਆਨੀ ਬਣਨ ਦਾ ਕਾਰਨ ਕੀ ਹੈ, ਤੇ ਜਿਹੜੀ ਕਾਂ ਵਰਗੀਆਂ ਬਿਰਤੀਆਂ ਨੇ ਸੁਭਾਅ, ਇਹਦਾ ਕਾਰਨ ਕੀ? ਅੰਤਰ ਲੋਭ। ਸਾਡੇ ਅੰਦਰ ਲੋਭ ਹੈ, ਸਾਡੇ ਅੰਦਰ ਲਾਲਚ ਹੈ। ਝੂਠ, ਤੇ ਅਸੀਂ ਝੂਠ ਦੇ ਨਾਲ ਜੁੜੇ ਹਾਂ, ਝੂਠੇ ਹਾਂ ਅਸੀਂ। ਅਭਿਮਾਨ, ਸਾਡੇ ਅੰਦਰ ਹੰਕਾਰ ਹੈ। ਇਹ 3 ਚੀਜ਼ਾਂ ਨੇ ਜਿਹੜੀਆਂ ਇਹ ਸਾਨੂੰ ਸੱਚ ਦਾ ਫੈਸਲਾ ਜਿਹੜਾ ਉਹ ਨਹੀਂ ਕਰਨ ਦੇਣਗੀਆਂ। ਅਭਿਮਾਨ, ਹੰਕਾਰ ਹੈ ਸਾਡੇ ਅੰਦਰ। ਝੂਠ, ਅਸੀਂ ਆਪ ਝੂਠੇ ਹਾਂ ਤੇ ਫਿਰ ਅਸੀਂ ਸੱਚ ਦਾ ਫੈਸਲਾ ਕਿਵੇਂ ਕਰਾਂਗੇ? ਸੱਚ ਦਾ ਫੈਸਲਾ ਤੇ ਉਹੀ ਕਰੇਗਾ ਨਾ ਜਿਹੜਾ ਆਪ ਸੱਚਾ ਹੋਏਗਾ। ਲੋਭ, ਸਾਡੇ ਅੰਦਰ ਲਾਲਚ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਜ਼ਰੂਰ ਹੈ। ਅੰਤਰ ਲੋਭ ਝੂਠ ਅਪਮਾਨ, ਇਹ ਵੀ 3 ਬੁਰਾਈਆਂ ਸਾਡੇ ਅੰਦਰ ਨੇ। ਜਿੱਥੇ ਪਿਛਲੀਆਂ ਦੱਸੀਆਂ ਹੋਈਆਂ ਗੱਲਾਂ ਨੇ ਨਾ, ਉੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਅਸੀਂ ਬਚੇ ਇਹਨਾਂ ਤੋਂ ਵੀ ਨਹੀਂ ਹਾਂ ਜੀ। ਬਿਨ ਨਾਵੈ ਬਾਜ ਲਹਿਗ ਨਿਦਾਨ। ਬਾਜ ਕਹਿੰਦੇ ਨੇ ਕਿਸੇ ਚੀਜ਼ ਦੇ ਉੱਤੇ ਨਿਕਲ ਚੜਾਈ ਹੋਵੇ, ਜਿਵੇਂ ਸਾਡੇ ਸਾਈਕਲਾਂ ਦੇ ਜਿਹੜੇ ਸਟੀਅਰਿੰਗ ਹੁੰਦੇ ਸਨ ਪਹਿਲੋਂ, ਪੁਰਾਣੀਆਂ ਸਾਈਕਲਾਂ ਦੇ ਹੁਣ ਤਾਂ ਬਦਲਦੀਆਂ ਜਾਂਦੀਆਂ ਨੇ, ਇਹਨਾਂ ਦੇ ਉੱਤੇ ਨਿੱਕਲ ਚੜਾਈ ਜਾਂਦੀ ਸੀ। ਵਿੱਚੋਂ ਲੋਹੇ ਦੇ ਨੇ ਤੇ ਉੱਤੇ ਇਹਨਾਂ ਦੇ ਬਾਜ ਚੜਾਇਆ ਜਾਂਦਾ, ਨਿੱਕਲ ਚੜਾਇਆ ਜਾਂਦਾ, ਜਿਹੜਾ ਸਟੀਲ ਦੀ ਤਰ੍ਹਾਂ ਚਮਕ ਰਿਹਾ ਹੈ। ਪਿੱਤਲ ਦਾ ਗਹਿਣਾ ਤਿਆਰ ਕਰਕੇ ਇਹਦੇ ਉੱਤੇ ਸੋਨੇ ਦੀ ਬਾਜ ਚੜਾਈ ਜਾਂਦੀ ਹੈ, ਤੇ ਫਿਰ ਇਹਨਾਂ ਨੂੰ ਆਰਟੀਫਿਸ਼ਲ ਗਹਿਣੇ ਆਖਿਆ ਜਾਂਦਾ ਹੈ। ਨਕਲੀ ਗਹਿਣੇ ਨੇ ਇਹ, ਸੋਨਾ ਨਹੀਂ, ਸੋਨੇ ਦੀ ਬਾਜ ਚੜਾਈਏ। ਬਾਜ ਦਾ ਅਰਥ ਹੋ ਗਿਆ ਪਰਦਾ ਪਾ ਕੇ ਤੇ ਸੱਚਾਈ ਨੂੰ ਲੁਕੋ ਦੇਣਾ। ਬਿਨ ਨਾਵੇ ਬਾਜ ਲਹਿਗ ਨਿਦਾਨ। ਨਿਦਾਨ ਕਹਿੰਦੇ ਨੇ ਬੇਸਮਝ ਨੂੰ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸਮਾਜ ਇਹਨਾਂ ਜਿਹੜਾ ਇਹ ਬੇਸਮਝ ਹੈ, ਇਹਨੇ ਨਾਮ ਦੀ ਕਮਾਈ ਨਹੀਂ ਕੀਤੀ, ਨਾਮ ਦੇ ਨਾਲ ਨਹੀਂ ਜੁੜਿਆ, ਨਾਮ ਵਾਲੇ ਪਾਸੇ ਨਹੀਂ ਤੁਰਦਾ, ਜਿਸ ਕਰਕੇ ਇਹਦਾ ਜਿਹੜਾ ਉੱਪਰ ਪਰਦਾ ਬਣਿਆ ਹੈ,
ਇਹ ਇੱਕ ਦਿਨ ਲੈ ਜਾਂਦਾ ਹੈ ਜੀ। ਸਤਿਗੁਰ ਸੇਵ ਨਾਮ ਵਸੈ ਮਨ ਚੀਤ। ਇਹ ਰਾਓ ਵਾਲੀਆਂ ਤੁਕਾਂ ਨੇ ਤੇ ਧੰਨ ਗੁਰਬਾਣੀ ਦੇ ਅੰਦਰ ਜੋ ਰਾਓ ਵਾਲੀਆਂ ਤੁਕਾਂ ਹੁੰਦੀਆਂ ਨੇ 1 2 3 4 ਜਿਤਨੀਆਂ ਵੀ ਤੁਕਾਂ ਹੋਣ ਰਾਓ ਵਾਲੀਆਂ, ਉਹਨਾਂ ਦੇ ਵਿੱਚ ਪੂਰੇ ਸ਼ਬਦ ਦਾ ਨਿਚੋੜ ਹੁੰਦਾ ਹੈ। ਜਾਂ ਇਸ ਤਰ੍ਹਾਂ ਕਹਿ ਦਿਓ ਵੀ ਰਾਓ ਵਾਲੀਆਂ ਤੁਕਾਂ ਦੇ ਦੁਆਲੇ ਪੂਰਾ ਸ਼ਬਦ ਹੈ ਜਿਹੜਾ ਉਹ ਪਰਿਕਰਮਾ ਕਰਦਾ ਹੈ। ਸਤਿਗੁਰ ਸੇਵ ਨਾਮ ਵਸੇ ਮਨ ਚੀਤ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਵੀ ਇਹ ਜਿਹੜੇ ਉੱਪਰਲੇ ਔਗਣ ਦੱਸੇ ਨੇ ਨਾ, ਇਹਨਾਂ ਤੋਂ ਤਾਂ ਬਚਿਆ ਜਾ ਸਕਦਾ। ਪਹਿਲੀ ਪੌੜੀ ਸੰਪੂਰਨ ਹੋਈ ਹੈ, ਉਹਦੇ ਵਿੱਚ ਔਗਣ ਦੱਸੇ ਨੇ ਤੇ ਗੁਰੂ ਜੀ ਰਹਿਮਤ ਕਰਦੇ ਨੇ ਉਹਨਾਂ ਤੋਂ। ਫਿਰ ਬਚੀਏ ਕਿਵੇਂ? ਸਤਿਗੁਰ ਸੇਵ, ਸੱਚਾ ਸਤਿਗੁਰ ਹੈ ਉਹਦੀ ਸੇਵਾ ਕਰ। ਸਤਿਗੁਰ ਦਾ ਅਰਥ ਹੁੰਦਾ ਸੱਚ ਸਰੂਪ। ਗੁਰੂ ਜਿਸ ਨੇ ਇਸ ਸਰੀਰ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਤੇ ਸੱਚ ਨੂੰ ਪ੍ਰਾਪਤ ਕਰ ਲਿਆ, ਜਿਸ ਦੇ ਨਾਮ ਦੇ ਨਾਲ ਜੁੜਿਆ, ਉਸ ਦੀ ਪ੍ਰਾਪਤੀ ਪਹਿਲੋਂ ਆਪ ਕੀਤੀ ਹੋਵੇ, ਉਹਨੂੰ ਸਤਿਗੁਰੂ ਆਖਿਆ। ਜਿਹੜਾ ਐਵੇਂ ਗੁਰੂ ਬਣ ਬੈਠਾ ਹੈ ਉਹਨੂੰ ਸਤਿਗੁਰੂ ਨਹੀਂ ਆਖਿਆ ਜਾਂਦਾ। ਜਿਸ ਨੇ ਸੱਚ ਦੀ ਪ੍ਰਾਪਤੀ ਕਰ ਲਈ ਹੈ, ਸੱਚ ਤੱਕ ਪਹੁੰਚ ਗਿਆ, ਉਹ ਸਤਿਗੁਰੂ ਹੈ। ਸਤਿਗੁਰ ਸੇਵ ਨਾਮ ਵਸੇ ਮਨ ਚੀਤ। ਗੁਰੂ ਜੀ ਰਹਿਮਤ ਕਰਦੇ ਨੇ ਤੂੰ ਸੱਚੇ ਸਤਿਗੁਰ ਦੀ ਸੇਵਾ ਕਰ। ਸੱਚੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਸਾਡੇ ਅੰਦਰ ਨਾਮ ਦਾ ਵਾਸਾ ਹੁੰਦਾ ਹੈ। ਮਨ ਚੀਤ, ਮਨ ਜਿਹੜਾ ਇਹ ਵਿਚਾਰਾਂ ਦਾ ਸਮੂਹ ਹੈ ਤੇ ਚੀਤ ਹੈ ਜਿਹੜਾ ਇਹ ਚੇਤੇ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਪ੍ਰਮਾਣ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਨੇ, ਇੱਕ ਮਨ ਹੋਏ ਇੱਕ ਚਿੱਤ, ਮਨ ਤੇ ਚਿੱਤ ਇੱਕ ਹੋ ਜਾਵੇ। ਭਾਵ ਨਾ ਪਿਛਲਾ ਖਿਆਲ ਆਵੇ ਤੇ ਨਾ ਅੱਗੇ ਦਾ ਖਿਆਲ ਆਵੇ। ਮਨ ਜਿਹੜਾ ਇਹ ਅੱਗੇ ਦਾ ਖਿਆਲ ਕਰਦਾ ਹੈ, ਸੰਕਲਪ ਕਰਦਾ ਹੈ, ਅੱਗੇ ਦੀਆਂ ਵਿਚਾਰਾਂ ਦੇ ਨਾਲ ਜੁੜਦਾ ਹੈ ਤੇ ਚੀਤ ਜਿਹੜਾ ਇਹ ਪਿਛਲੀਆਂ ਗੱਲਾਂ ਨੂੰ ਚੇਤੇ ਕਰਦਾ ਰਹਿੰਦਾ ਹੈ। ਸਤਿਗੁਰ ਸੇਵ ਨਾਮ ਵਸੇ ਮਨ ਚੀਤ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਚੇਤੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਨਾਮ ਵਸ ਜੇ, ਪਿਛਲੀ ਗੱਲ ਕੋਈ ਚੇਤੇ ਨਾ ਆਵੇ, ਮਨ ਦੇ ਵਿੱਚ ਕੋਈ ਸੰਕਲਪ ਨਾ ਹੋਵੇ, ਪਰਮਾਤਮਾ ਦਾ ਨਾਮ ਵਸ ਜੇ। ਇਸ ਤਰ੍ਹਾਂ ਹੁਣ ਮਨ ਤੇ ਚਿੱਤ ਇੱਕ ਹੋ ਗਿਆ, ਇਕਾਗਰ ਬਿਰਤੀ ਬਣ ਜਾਂਦੀ ਹੈ। ਸੱਚੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਨਾਮ ਦਾ ਵਾਸਾ ਹੋ ਜਾਂਦਾ ਹੈ ਜੀ। ਗੁਰ ਭੇਟੇ ਹਰ ਨਾਮ ਚਿਤਾਵੈ, ਬਿਨ ਨਾਵੈ ਗੁਰ ਝੂਠ ਕਰੀਤ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ ਭਾਈ ਜਿਵੇਂ ਸਾਡੇ ਅੰਦਰ ਹੁਣ ਖਿਆਲ ਪੈਦਾ ਹੋ ਜਾਵੇ ਵੀ ਸਾਨੂੰ ਨਾਮ ਦਾ ਚੇਤਾ ਕੌਣ ਕਰਾਵੇ। ਗੁਰ ਭੇਟੇ, ਗੁਰ ਭੇਟੇ ਦਾ ਅਰਥ ਹੈ ਗੁਰੂ ਦੀ ਪ੍ਰਾਪਤੀ ਕਰ, ਗੁਰੂ ਵਾਲਾ ਹੋ। ਹਰ ਨਾਮ ਚਿਤਾਵੇ, ਗੁਰੂ ਕਿਰਪਾ ਕਰੇਗਾ ਤੈਨੂੰ ਨਾਮ ਚੇਤੇ ਆਵੇਗਾ। ਇਹ ਸਮਰੱਥਾ ਗੁਰੂ ਦੇ ਵਿੱਚ, ਗੁਰੂ ਕਿਰਪਾ ਕਰਦਾ ਹੈ, ਨਾਮ ਨੂੰ ਚੇਤੇ ਕਰਾਉਂਦਾ ਹੈ। ਬਿਨ ਨਾਵੇ ਹੋਰ ਝੂਠ ਪ੍ਰੀਤ। ਸੱਚੇ ਸਤਿਗੁਰ ਦੇ ਨਾਮ ਤੋਂ ਬਿਨਾਂ ਬਾਕੀ ਜਿੰਨੇ ਪ੍ਰਕਾਰ ਦੀਆਂ ਵੀ ਅਸੀਂ ਪ੍ਰੀਤਾਂ ਪਾਉਂਦੇ ਹਾਂ ਇਹ ਸਾਰੀਆਂ ਝੂਠੀਆਂ ਨੇ। ਇਹਨਾਂ ਨੇ ਸਾਡਾ ਸਾਥ ਹੀ ਜਿਹੜਾ ਉਹ ਨਹੀਂ ਦੇਣਾ, ਸਾਥ ਇਹਨਾਂ ਦੇ ਨਾਲ ਨਹੀਂ ਨਿਭੇਗਾ। ਸਾਥ ਨਿਭਾਉਣ ਵਾਲਾ ਕੇਵਲ ਤੇ ਕੇਵਲ ਸੱਚੇ ਸਤਿਗੁਰ ਦਾ ਨਾਮ ਹੈ। ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਦੋਂ ਅਸੀਂ ਗੁਰੂ ਵਾਲੇ ਹੋ ਜਾਂਦੇ ਹਾਂ, ਗੁਰੂ ਭੇਟ ਕਰ ਲੈਂਦੇ ਹਾਂ, ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਗੁਰੂ ਸਾਨੂੰ ਨਾਮ ਚੇਤੇ ਕਰਵਾਉਂਦਾ ਹੈ। ਜਿਸ ਕਰਕੇ ਬਿਨ ਨਾਵੇ ਹੋਰ ਝੂਠ ਪ੍ਰੀਤ, ਸਾਨੂੰ ਇਹ ਸੋਝੀ ਆਉਂਦੀ ਹੈ ਵੀ ਨਾਮ ਤੋਂ ਬਿਨਾਂ ਬਾਕੀ ਸਾਰੀਆਂ ਪ੍ਰੀਤਾਂ ਨੇ ਜਿਹੜੀਆਂ ਝੂਠੀਆਂ ਹਨ ਜੀ। ਰਹਾਉ ਗੁਰ ਕਹਿਆ ਸਾਕਾਰ ਕਮਾਵਹੁ। ਰਾਉ ਤੋਂ ਉਪਰੰਤ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰ ਕਹਿਆ ਸਾਕਾਰ ਕਮਾਵੋ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੀ ਗੱਲ ਸਾਨੂੰ ਗੁਰੂ ਨੇ ਆਖਿਆ ਨਾ ਅਸੀਂ ਉਹ ਕਰਨੀ ਹੈ। ਤੇ ਅਸੀਂ ਕਰਦੇ ਕੀ ਹਾਂ? ਅਸੀਂ ਨਾ ਜ਼ਿਆਦਾਤਰ ਜਿਹੜਾ ਨਾ ਉਹ ਬਾਬਿਆਂ ਦੇ ਮਗਰ ਲੱਗਦੇ ਹਾਂ। ਮੈਂ ਤਾਂ ਹੁਣ ਇੱਕ ਹੋਰ ਫਾਰਮੂਲਾ ਨਾ ਜਿਹੜਾ ਉਹ ਵਰਤਦਾ, ਜਿਵੇਂ ਭਗਤ ਕਬੀਰ ਜੀ ਦਾ ਫਰਮਾਨ ਹੁੰਦਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਭਗਤ ਕਬੀਰ ਜੀ ਨੂੰ ਦੱਸਿਆ ਸੀ, ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ ਤੇ ਗੁਰਬਾਣੀ ਸਾਨੂੰ ਦੱਸਦੀ ਹੈ। ਭਗਤ ਕਬੀਰ ਜੀ ਨੂੰ ਪੁੱਛਿਆ ਗਿਆ ਵੀ ਤੂੰ ਹਿੰਦੂ ਹੈ, ਤੇ ਭਗਤ ਕਬੀਰ ਜੀ ਨੂੰ ਪਤਾ ਲੱਗ ਗਿਆ ਵੀ ਜੇ ਮੈਂ ਇਹਨੂੰ ਕਹਿ ਦਿੱਤਾ ਨਾ ਨਹੀਂ ਮੈਂ ਹਿੰਦੂ ਨਹੀਂ ਮੈਂ ਮੁਸਲਮਾਨ ਹਾਂ, ਤੇ ਫਿਰ ਉਹ ਆਖੇਗਾ ਤੂੰ ਮੁਸਲਮਾਨ ਹੈ ਤੇ ਫਿਰ ਮੁਸਲਮਾਨਾਂ ਦਾ ਜਿਹੜਾ ਨਿਯਮ ਹੈ ਉਹ ਵੀ ਤੂੰ ਨਹੀਂ ਕਰਦਾ। ਤੇ ਜੇ ਹਿੰਦੂ ਆਖ ਦਿੱਤਾ ਤੇ ਫਿਰ ਇਹ ਆਖੇਗਾ ਵੀ ਹਿੰਦੂਆਂ ਦੀ ਤਰ੍ਹਾਂ ਤੇਰੇ ਜਨੇਊ ਨਹੀਂ ਪਾਇਆ, ਤੇਰੇ ਬੋਦੀ ਨਹੀਂ ਰੱਖੀ, ਹਿੰਦੂਆਂ ਵਾਲਾ ਵੀ ਤੇਰਾ ਲਿਬਾਸ ਨਹੀਂ ਤੇ ਤੇਰਾ ਲਿਬਾਸ ਮੁਸਲਮਾਨਾਂ ਵਾਲਾ ਵੀ ਨਹੀਂ ਹੈਗਾ।
ਇਸ ਵਾਸਤੇ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਹੀ ਮੁਸਲਮਾਨ ਹਾਂ। ਫਿਰ ਹੈ ਕਿ ਕੁਝ ਵੀ ਨਹੀਂ। ਪਿੰਡ ਪ੍ਰਾਣ ਸਰੀਰ ਤੇ ਇਹਦੇ 'ਚ ਜਿਹੜੇ ਪ੍ਰਾਣ ਚੜ੍ਹਦੇ ਨੇ ਨਾ, ਇਹ ਉਸ ਪਰਮਾਤਮਾ ਦੇ ਨੇ। ਜਿਸ ਪਰਮਾਤਮਾ ਨੇ ਮੈਨੂੰ ਸਰੀਰ ਦਿੱਤਾ ਹੈ, ਜਿਸ ਪਰਮਾਤਮਾ ਨੇ ਇਸ ਸਰੀਰ ਦੇ ਵਿੱਚ ਪ੍ਰਾਣ ਪਾਏ ਨੇ, ਮੈਂ ਤਾਂ ਉਹ ਹਾਂ। ਉਸੇ ਤਰ੍ਹਾਂ ਜਦੋਂ ਕੋਈ ਮੈਨੂੰ ਪੁੱਛਦਾ ਨਾ, ਜਿਵੇਂ ਆ ਪਿੱਛੇ ਬੜੇ ਸਵਾਲ ਹੋਏ, ਬਾਬਾ ਜੀ ਸਾਨੂੰ ਰੱਖੜੀ ਬੰਨ੍ਹਣੀ ਚਾਹੀਦੀ ਹੈ ਕਿ ਨਹੀਂ ਬੰਨ੍ਹਣੀ ਚਾਹੀਦੀ। ਸਾਨੂੰ ਅੱਜ ਰੱਖੜੀ ਹੈ, ਕੱਲ੍ਹ ਵੀ ਰੱਖੜੀ ਸੀ, ਅੱਜ ਪੂਰਨ ਰੱਖੜ ਹੈ, ਸਾਨੂੰ ਬੰਨ੍ਹਣੀ ਚਾਹੀਦੀ ਕਿ ਨਹੀਂ ਬੰਨ੍ਹਣੀ ਚਾਹੀਦੀ। ਮੈਂ ਤਾਂ ਫਿਰ ਇਹ ਕਹਿਣ ਲੱਗ ਗਿਆ ਹੁਣ, ਭਈ ਤੇਰਾ ਮਨ ਜਿਵੇਂ ਕਰਦਾ ਨਾ ਤੂੰ ਉਵੇਂ ਕਰ ਲਾ। ਜੇ ਤੇਰਾ ਮਨ ਕਰਦਾ ਵੀ ਮੈਂ ਬੰਨ੍ਹ ਲੈਣੀ ਤੇ ਫਿਰ ਬੰਨ੍ਹ ਲਾ, ਜੇ ਤੇਰਾ ਮਨ ਨਹੀਂ ਕਰਦਾ ਤੇ ਤੂੰ ਨਾ ਬੰਨ੍ਹ। ਪਰ ਮੇਰਾ ਖਹਿੜਾ ਛੱਡ, ਜੇ ਮੈਨੂੰ ਕੁਝ ਨਹੀਂ ਪਤਾ ਬੰਨਣੀ ਹੈ ਜਾਂ ਨਹੀਂ ਬੰਨਣੀ। ਕਿਉਂਕਿ ਜੇ ਆਪਾਂ ਆਖਾਂਗੇ ਨਹੀਂ ਬੰਨਣੀ ਤੇ ਕਹਿ ਦੇਣਗੇ ਫਿਰ ਆ ਵਿੱਚ ਕਈ ਬੰਨ੍ਹੀ ਜਾਂਦੇ ਨੇ, ਹੁਣ ਕੀ ਕਰੀਏ, ਇਹਨਾਂ ਨੂੰ ਕਿਵੇਂ ਰੋਕੀਏ ਜਿਹੜੇ ਬੰਨ੍ਹੀ ਜਾਂਦੇ ਨੇ, ਤੇ ਇਹਨਾਂ ਦਾ ਜਵਾਬ ਵੀ ਕੀ ਦਈਏ, ਕੋਈ ਜਵਾਬ ਨਹੀਂ। ਤਾਂ ਕਰਕੇ ਫਿਰ ਸਭ ਤੋਂ ਵਧੀਆ ਗੱਲ ਹੈ, ਜਦੋਂ ਕੋਈ ਪੁੱਛਦਾ ਨਾ ਤੇ ਉਦੋਂ ਫਿਰ ਇਹ ਕਹਿੰਦਾ, ਭਾਈ ਤੇਰਾ ਜਿਵੇਂ ਜੀ ਕਰਦਾ, ਜਿਵੇਂ ਤੇਰਾ ਮਨ ਕਰਦਾ ਤੂੰ ਉਵੇਂ ਕਰੀ ਜਾ, ਮੈਨੂੰ ਨਾ ਪੁੱਛ ਤੂੰ ਕੁਝ ਵੀ। ਗੁਰ ਭੇਟੇ ਹਰ ਨਾਮ ਚਿਤਾਵੇ, ਬਿਨ ਨਾਵੇ ਹੋਰ ਝੂਠ ਪ੍ਰੀਤ, ਗੁਰ ਕਹਿਆ ਸਾਕਾਰ ਕਮਾਓ। ਹੁਣ ਸਾਡਾ ਗੁਰੂ ਕੀ ਆਖ ਰਿਹਾ, ਉਹ ਕਾਰ ਕਰਨੀ, ਅਸੀਂ ਕਿਸੇ ਬਾਬੇ ਦੇ ਮਗਰ ਨਹੀਂ ਲੱਗਣਾ। ਤੇ ਵੇਖੋ ਗੁਰੂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ, ਗੁਰਬਾਣੀ ਦੀਆਂ ਗੱਲਾਂ ਕਰਦੇ ਹਾਂ, ਗੁਰੂ ਹੀ ਆਖ ਰਿਹਾ, ਗੁਰੂ ਹੀ ਦੱਸ ਰਿਹਾ। ਗੁਰਬਾਣੀ ਦੇ ਅੰਦਰ ਦੋ ਸ਼ਬਦ ਆਉਂਦੇ ਨੇ, ਕੱਲ੍ਹ ਵੀ ਆਏ ਸਨ, ਇੱਕ ਹੁਕਮ ਆਉਂਦਾ ਤੇ ਇੱਕ ਰਜਾਈ ਆਉਂਦਾ ਹੈ। ਰਹੇ ਰਜਾਈ ਹੁਕਮ ਪਛਾਣੇ, ਹੁਕਮ ਰਜਾਈ ਚੱਲਣਾ, ਇਸ ਤਰ੍ਹਾਂ ਇਹ ਦੋਵੇਂ ਸ਼ਬਦ ਜੁੜੇ ਆਉਣਗੇ ਕਈਆਂ ਥਾਵਾਂ ਤੇ। ਰਜਾ ਦਾ ਅਰਥ ਹੁੰਦਾ ਹੈ ਮੌਜ ਤੇ ਹੁਕਮ ਦਾ ਅਰਥ ਹੁੰਦਾ ਹੈ ਹੁਕਮ। ਜਿਵੇਂ ਇੱਕ ਰਾਜਾ ਹੁਕਮ ਕਰਦਾ ਹੈ ਵੀ ਤੁਸੀਂ ਆਹ ਕੰਮ ਕਰਨਾ ਹੈ, ਹੁਕਮ ਦਾ ਅਰਥ ਹੈ ਕਾਨੂੰਨ। ਇਸ ਤਰ੍ਹਾਂ ਸਮਝ ਲਓ, ਥੋੜ੍ਹੀ ਜ਼ਿਆਦਾ ਸਮਝ ਆਏਗੀ। ਜਦੋਂ ਅਸੀਂ ਕਾਨੂੰਨ ਨੂੰ ਤੋੜਦੇ ਹਾਂ ਤੇ ਫਿਰ ਇਹ ਕਿਹਾ ਜਾਂਦਾ ਵੀ ਸਰਕਾਰ ਦਾ ਹੁਕਮ ਹੈ, ਤੂੰ ਇਸ ਤਰ੍ਹਾਂ ਇਹ ਕਾਨੂੰਨ ਨੂੰ ਤੋੜ ਨਹੀਂ ਸਕਦਾ। ਤੇ ਰਜਾਏ ਦਾ ਅਰਥ ਹੁੰਦਾ ਮੌਜ, ਆਪਣੀ ਮੌਜ ਦੇ ਵਿੱਚ। ਹੁਣ ਇਹਨੂੰ ਥੋੜ੍ਹਾ ਜਿਹਾ ਜੇ ਡੰਗਾਈ ਨਾਲ ਸਮਝੀਏ ਆਪਾਂ, ਇੱਕ ਬੰਦੇ ਨੇ ਹੁਕਮ ਤੋੜ ਦਿੱਤਾ ਹੈ, ਨਿਯਮ ਤੋੜ ਦਿੱਤਾ ਹੈ, ਰੂਲ ਤੋੜ ਦਿੱਤਾ ਹੈ, ਜਿਹੜਾ ਕਾਨੂੰਨ ਬਣਿਆ ਸੀ ਉਹ ਤੋੜ ਦਿੱਤਾ ਹੈ। ਹੁਣ ਇਹਨੂੰ ਕਾਨੂੰਨ ਦੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ। ਪਰ ਜਿਹੜਾ ਬਾਦਸ਼ਾਹ ਨਾ, ਜਿਹਨੇ ਕਾਨੂੰਨ ਬਣਾਇਆ ਹੈ, ਉਹਨੇ ਆਪਣੀ ਮੌਜ ਦੇ ਵਿੱਚ ਆਣ ਕੇ ਕਹਿ ਦਿੱਤਾ, ਚੱਲ ਕੋਈ ਗੱਲ ਨਹੀਂ, ਇਹਨੂੰ ਐਤਕੀ ਛੱਡ ਦਿਓ, ਅਗਲੀ ਵਾਰੀ ਤੋਂ ਜੇ ਤੋੜੇਗਾ ਤੇ ਫਿਰ ਵੇਖ ਲਾਂਗੇ। ਇਹ ਹੁਣ ਉਹਦੀ ਰਜਾ ਹੈ, ਇਹ ਹੁਕਮ ਨਹੀਂ। ਹੁਕਮ ਹੈ ਜਿਹੜਾ ਉਹ ਸਾਡੇ ਸਾਰਿਆਂ ਵਾਸਤੇ ਹੈ। ਜੇ ਨਹੀਂ ਗੱਲ ਦੀ ਸਮਝ ਆਈ, ਜਿਹੜਾ ਹੁਕਮ ਹੁੰਦਾ ਨਾ ਉਹ ਸਾਡੇ ਸਾਰਿਆਂ ਵਾਸਤੇ, ਤੇ ਜਿਹੜੀ ਰਜਾ ਹੈ, ਰਜਾ ਉਹ ਪਰਮਾਤਮਾ ਦੀ ਮੌਜ ਹੈ। ਪਤਾ ਨਹੀਂ ਕਿਹਦੇ ਤੇ ਉਹਦੀ ਮੌਜ ਆ ਜਾਵੇ। ਗੱਲ ਪਕੜ 'ਚ ਆ ਗਈ ਹੋਣੀ ਹੈ, ਜੇ ਨਹੀਂ ਤਾਂ ਆਪਾਂ ਥੋੜ੍ਹਾ ਜਿਹਾ ਹੋਰ ਯਤਨ ਕਰ ਲੈਂਦੇ ਹਾਂ। ਦੋ ਸ਼ਬਦ ਆਉਂਦੇ ਨੇ, ਇੱਕ ਹੁਕਮ ਆਉਂਦਾ ਹੈ ਤੇ ਇੱਕ ਰਜਾ ਸ਼ਬਦ ਆਉਂਦਾ ਹੈ। ਅਸੀਂ ਸਹਿਜ ਪਾਠੀਆਂ ਪਾਠ ਕਰਦੇ ਹੋਇਆਂ ਜਦੋਂ ਇਹ ਸ਼ਬਦ ਆਉਣ ਤੇ ਉੱਥੇ ਥੋੜ੍ਹਾ ਰੁਕ ਜਾਇਆ ਕਰੋ। ਰਹਿ ਰਜਾਈ ਹੁਕਮ ਪਛਾਣੇ, ਪਛਾਣ ਹੁਕਮ ਦੀ ਕਰਦਾ ਤੇ ਰਹਿੰਦਾ ਰਜਾ ਦੇ ਵਿੱਚ, ਮੌਜ ਦੇ ਵਿੱਚ ਰਹਿੰਦਾ ਹੈ। ਪਛਾਣ ਕਾਹਦੀ ਕਰਨੀ, ਹੁਕਮ ਦੀ, ਤੇ ਰਹਿਣਾ ਕਾਹਦੇ ਵਿੱਚ, ਰਜਾ ਦੇ ਵਿੱਚ। ਜਦੋਂ ਕੋਈ ਕਾਨੂੰਨ ਤੋੜੇ ਤੇ ਨਾਲੇ ਅੱਗੋਂ ਆਕੜੇ ਨਾ, ਤੇ ਫਿਰ ਉਹਦਾ ਚਲਾਨ ਜਿਹੜਾ ਉਹ ਕੱਟੇ ਹੀ ਜਾਣਾ ਹੈ। ਉਹਦੇ ਉੱਤੇ ਰਜਾ ਨਹੀਂ ਹੋਏਗੀ, ਉਹਦੇ ਤੇ ਰਜਾ ਜਿਹੜੀ ਉਹ ਨਹੀਂ ਹੋਏਗੀ, ਉਹਦੇ ਤੇ ਫਿਰ ਹੁਕਮ ਹੀ ਹੋਏਗਾ। ਇਸੇ ਤਰ੍ਹਾਂ ਅਸੀਂ ਨਾਲੇ ਤਾਂ ਗੁਨਾਹ ਕਰੀਏ ਗੁਰੂ ਦੇ ਅੱਗੇ ਆਣ ਕੇ, ਤੇ ਨਾਲੇ ਆਕੜ ਵਿਖਾਈਏ ਮੇਰੇ ਵਰਗਾ ਤਾਂ ਚੰਗਾ ਹੀ ਕੋਈ ਨਹੀਂ, ਤੇ ਫਿਰ ਗੁਰੂ ਦੀ ਰਜਾ ਤੋਂ ਅਸੀਂ ਸਾਖਣੇ ਰਹਿ ਜਾਵਾਂਗੇ। ਗੁਰੂ ਦੀ ਰਜਾ ਸਾਡੇ ਤੇ ਨਹੀਂ ਹੋਏਗੀ। ਜੇ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ, ਸਾਡੇ ਤੋਂ ਗਲਤੀ ਹੋ ਜਾਂਦੀ ਤੇ ਫਿਰ ਗੁਰੂ ਆਪਣੀ ਰਜਾ ਦੇ ਵਿੱਚ ਆਣ ਕੇ ਸਾਨੂੰ ਬਖਸ਼ ਲੈਂਦਾ ਜੀ। ਗੁਰ ਕਹਿਆ ਸਾਕਾਰ ਕਮਾਓ, ਜੋ ਸਾਨੂੰ ਗੁਰੂ ਨੇ ਹੁਕਮ ਕੀਤਾ ਨਾ, ਜਿਵੇਂ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ, ਧੰਨ ਗੁਰੂ 10ਵੇਂ ਪਾਤਸ਼ਾਹ ਨੇ ਸਾਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਅਸੀਂ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ। ਗੁਰੂ ਦਾ ਹੁਕਮ ਹੈ 5 ਕਕਾਰਾਂ 'ਚ ਰਹਿਣਾ ਹੈ, 7 ਬਾਣੀਆਂ ਦਾ ਨਿਤਨੇਮ ਕਰਨਾ ਹੈ, 4 ਬੱਜਰ ਕਰੈਤਾ ਨੇ ਉਹਨਾਂ ਤੋਂ ਬਚ ਕੇ ਰਹਿਣਾ ਹੈ, 52 ਹੁਕਮਨਾਮੇ ਨੇ
ਜੋ ਨੰਦੇੜ ਦੀ ਧਰਤੀ ਤੇ ਧੰਨ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਦਿੱਤੇ ਸਨ। ਉਹ 52 ਹੁਕਮਨਾਮੇ ਨੇ ਜਿਹੜੇ ਉਹਨਾਂ ਦੇ ਵਿੱਚ ਅਸੀਂ ਰਹਿਣਾ ਹੈ। 52 ਨਿਯਮ ਨੇ ਗੁਰਸਿੱਖੀ ਧਾਰਨ ਕਰਨ ਦੇ। ਗੁਰ ਕਹਿਆ ਸਾ ਕਾਰ ਕਮਾਵੋ। ਇਸ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ ਤੇ ਉਹ ਕਾਰ ਕਮਾਉਂਦੇ ਹਾਂ ਜੀ। ਸ਼ਬਦ ਚੀਨ ਸਹਿਜ ਘਰ ਆਵੋ। ਹੁਣ ਕਿਤੇ ਨਾ ਹੋਵੇ ਵੀ ਇਕੱਲਾ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਹੀ ਹਾਂ ਤੇ ਸ਼ਬਦ ਦੀ ਕਮਾਈ ਜਿਹੜੀ ਉਹ ਨਹੀਂ ਕਰਦੇ। ਸ਼ਬਦ ਚੀਨ ਦਾ ਅਰਥ ਹੈ ਜੋ ਸਾਨੂੰ ਵਾਹਿਗੁਰੂ ਆਖਿਆ ਨਾ। ਚੀਨ ਦਾ ਅਰਥ ਹੁੰਦਾ ਲੱਭਣਾ। ਚੀਨ ਸ਼ਬਦ ਹੈ ਜਿਹੜਾ, ਇਹਦਾ ਅਰਥ ਹੁੰਦਾ ਲੱਭਣਾ, ਖੋਜ ਕਰਨੀ। ਸ਼ਬਦ ਚੀਨ, ਅਸੀਂ ਵਾਹਿਗੁਰੂ ਸ਼ਬਦ ਦੇ ਨਾਲ ਆਪਣੇ ਅੰਦਰ ਦੀ ਖੋਜ ਕਰਨੀ ਹੈ। ਇਕੱਲਾ ਨਿਯਮ ਦੇ ਵਿੱਚ ਹੀ ਨਹੀਂ ਰਹਿਣਾ, ਰੂਲ ਦੇ ਵਿੱਚ ਹੀ ਨਹੀਂ ਰਹਿਣਾ, ਆਪਣੇ ਅੰਦਰ ਦੀ ਖੋਜ ਵੀ ਕਰਨੀ ਹੈ ਗੁਰੂ ਦੇ ਸ਼ਬਦ ਦੇ ਨਾਲ। ਵਾਹਿਗੁਰੂ ਸ਼ਬਦ ਦੇ ਨਾਲ ਖੋਜ ਕਰਦਿਆਂ ਸਹਿਜ ਘਰ ਆਵੋ। ਤੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗਿਆਨ ਦੇ ਘਰ ਦੇ ਵਿੱਚ, ਆਨੰਦ ਸਰੂਪ ਦੇ ਘਰ ਦੇ ਵਿੱਚ ਅਸੀਂ ਆ ਜਾਂਦੇ ਹਾਂ। ਦੋਵੇਂ ਤੁਕਾਂ ਇੱਕ ਵਾਰੀ ਮੈਂ ਫਿਰ ਥੋੜ੍ਹੀਆਂ ਜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ। ਗੁਰ ਕਹਿਆ ਸਾ ਕਾਰ ਕਮਾਓ, ਇਹ ਹੁਕਮ ਹੈ ਗੁਰੂ ਦਾ। ਗੁਰੂ ਨੇ ਜੋ ਸਾਨੂੰ ਹੁਕਮ ਕੀਤਾ ਨਾ, ਅਸੀਂ ਉਹ ਕਾਰ ਕਮਾਉਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਨੇ, ਸ਼ਬਦ ਚੀਨ ਸਹਿਜ ਘਰ ਆਵੋ। ਤੇ ਸ਼ਬਦ ਦੀ ਕਮਾਈ ਕਰਨੀ ਹੈ, ਸ਼ਬਦ ਦੇ ਨਾਲ ਆਪਣੇ ਅੰਦਰ ਦੀ ਖੋਜ ਕਰਨੀ ਹੈ। ਜਦੋਂ ਅਸੀਂ ਸ਼ਬਦ ਦੇ ਨਾਲ ਆਪਣੇ ਅੰਦਰ ਦੀ ਖੋਜ ਕਰਾਂਗੇ ਤੇ ਸਹਿਜ ਘਰ ਆਵੋ, ਸੱਚੇ ਸਤਿਗੁਰ ਦੀ ਕਿਰਪਾ ਹੋਏਗੀ, ਗਿਆਨ ਸਰੂਪ ਦੇ ਵਿੱਚ ਅਸੀਂ ਆ ਜਾਵਾਂਗੇ ਜੀ। ਸਾਚੈ ਨਾਏ ਵਡਿਆਈ ਪਾਵੋ। ਸੱਚਾ ਨਾਮ ਹੈ ਵਾਹਿਗੁਰੂ, ਇਹਦੇ ਨਾਲ ਵਡਾਈ ਪਾਵੋ। ਵਡਿਆਈ ਪੈ ਜਾਂਦੀ, ਪ੍ਰਾਪਤ ਜਾਂਦੀ ਹੈ। ਸਾਚੇ ਨਾਏ ਵਡਾਈ ਭਾਵੋ। ਜਿਹੜੀ ਵਡਿਆਈ ਪ੍ਰਾਪਤ ਹੋਣੀ ਹੈ ਨਾ, ਇਹ ਸੱਚੇ ਨਾਮ ਦੇ ਨਾਲ ਹੋਣੀ ਹੈ। ਸੱਚੇ ਨਾਮ ਤੋਂ ਬਿਨਾਂ ਕੱਲੀਆਂ ਗੱਲਾਂ ਬਾਤਾਂ ਦੇ ਨਾਲ ਨਾਮ ਦੀ ਵਡਿਆਈ ਹੈ ਜਿਹੜੀ ਉਹ ਨਹੀਂ ਮਿਲਦੀ। ਨਾਮ ਦੀ ਵਡਿਆਈ ਜਿਹੜੀ ਹੈ ਉਹ ਸੱਚੇ ਨਾਮ ਵਾਹਿਗੁਰੂ ਤੋਂ ਪ੍ਰਾਪਤ ਹੁੰਦੀ ਹੈ ਜੀ। ਤੀਸਰੀ ਪੌੜੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇਹ ਵੀ ਦੱਸਦੇ ਨੇ, ਆਪ ਨਾ ਬੂਝੈ ਲੋਕ ਬੁਝਾਵੈ। ਜਿਹੜਾ ਆਪ ਗੱਲ ਨੂੰ ਨਹੀਂ ਸਮਝਦਾ ਤੇ ਲੋਕਾਂ ਨੂੰ ਸਮਝਾਉਂਦਾ ਹੈ, ਉਹ ਫਿਰ ਹੁੰਦਾ ਕਿਵੇਂ ਦਾ ਹੈ? ਉਹ ਬੋਕਰ ਵਰਗਾ ਹੁੰਦਾ ਹੈ। ਜਿਵੇਂ ਬੋਕਰ ਹੈ ਨਾ, ਸਾਰੇ ਘਰ ਦਾ ਕੂੜਾ ਇਕੱਠਾ ਕਰਕੇ ਬਾਹਰ ਕੱਢ ਦਿੰਦੀ ਏ, ਸਾਰੇ ਘਰ ਦੀ ਸਫਾਈ ਕਰ ਦਿੰਦੀ ਤੇ ਆਪ ਲਿਬੜੀ ਦੀ ਲਿਬੜੀ ਰਹਿੰਦੀ ਏ। ਬੋਕਰ ਜਿਹੜੀ ਲਿਬੜੀ ਰਹਿੰਦੀ ਏ, ਸਾਰੇ ਘਰ ਦਾ ਕੂੜਾ ਜਿਹੜਾ ਉਹ ਸਾਫ਼ ਕਰਕੇ ਬਾਹਰ ਕੱਢ ਦਿੰਦੀ ਏ ਤੇ ਰਹਿੰਦੀ ਵੀ ਘਰ ਚੋਂ ਬਾਹਰ ਹੀ ਏ, ਬਾਹਰ ਰੱਖੀ ਜਾਂਦੀ ਏ। ਇਹਨੂੰ ਕੰਧ ਦੇ ਨਾਲ ਲਾ ਕੇ ਵੀ ਤੇ ਪਈ ਰਹੋ, ਕੱਲ੍ਹ ਨੂੰ ਫਿਰ ਜਦੋਂ ਸਫਾਈ ਕਰਨੀ ਹੋਈ ਉਦੋਂ ਫਿਰ ਤੈਨੂੰ ਚੁੱਕ ਲਵਾਂਗੇ। ਆਪ ਨਾ ਬੂਝੇ, ਜਿਹੜਾ ਆਪ ਨੂੰ ਨਹੀਂ ਬੁੱਝਦਾ, ਆਪ ਨੂੰ ਨਹੀਂ ਸਮਝਦਾ, ਲੋਕ ਬੁਝਾਵੇ, ਕੇਵਲ ਲੋਕਾਂ ਨੂੰ ਹੀ ਦੱਸਦਾ। ਉਹਦੀ ਵਾਰਤਾ ਗੁਰੂ ਜੀ ਅਗਲੀ ਤੁਕ ਵਿੱਚ ਕਰਦੇ ਹਨ ਜੀ। ਮਨ ਕਾ ਅੰਧਾ ਅੰਧ ਕਮਾਵੇ। ਇਹ ਮਨ ਦਾ ਅੰਨਾ ਹੈ ਤੇ ਅੰਨ ਹੀ ਕਮਾ ਰਿਹਾ ਹੈ। ਇਹ ਮਨ ਦਾ ਅੰਧਾ ਹੈ ਤੇ ਅੰਧ ਕਮਾ ਰਿਹਾ ਹੈ। ਜਿਵੇਂ ਯਜੁਰਵੇਦ ਦਾ ਸ਼ਲੋਕ ਸੀ, ਦਾਸ ਨੇ ਆਪ ਜੀ ਨੂੰ ਪੜ੍ਹ ਕੇ ਵੀ ਸੁਣਾਇਆ ਸੀ, ਉਹਦੇ ਅਰਥ ਵੀ ਕੀਤੇ ਸਨ। ਮੈਂ ਇੱਕ ਵਾਰੀ ਅਰਥ ਹੋਰ ਕਰ ਦਿਆਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਯਜੁਰਵੇਦ ਦੇ ਸ਼ਲੋਕ ਦੇ ਵਿੱਚ ਲਿਖਿਆ ਹੈ ਕਿ ਮਨੁੱਖ ਇੰਦਰੀਆਂ ਦੇ ਨਾਲ ਨਾ ਵਿਦਿਆ ਪ੍ਰਾਪਤ ਕਰ ਸਕਦਾ ਹੈ। ਹੁਣ ਵਿਦਿਆ ਜੇ ਤਾਂ ਉਹ ਸਕੂਲ ਦੀ ਵਿਦਿਆ ਦੀ ਤਰ੍ਹਾਂ ਪ੍ਰਾਪਤ ਕਰਦਾ ਹੈ ਤੇ ਫਿਰ ਉਹ ਉੱਥੇ ਹੀ ਖੜ ਗਿਆ, ਉਸ ਤੋਂ ਅੱਗੇ ਨਹੀਂ ਵਧਿਆ। ਵਿਦਿਆ ਦੇ ਨਾਲ ਜੇ ਉਹਨੇ ਵਿਦਿਆ ਨੂੰ ਪ੍ਰਾਪਤ ਕਰਕੇ ਅਰਥ ਸਿੱਖ ਕੇ ਆਪਣੇ ਮਨ ਤੱਕ ਪਹੁੰਚ ਗਿਆ ਹੈ ਤੇ ਫਿਰ ਇਹ ਅੱਗੇ ਚੱਲ ਪਿਆ ਹੈ। ਜਿਵੇਂ ਵੇਖੋ ਸਾਡਾ ਸਰੀਰ ਹੈ, ਇਹਨੂੰ ਜਿਵੇਂ ਜਿਵੇਂ ਖੁਰਾਕ ਮਿਲਦੀ ਹੈ ਉਵੇਂ ਉਵੇਂ ਆਪੇ ਹੀ ਇਹ ਵੱਧ ਰਿਹਾ ਹੈ। ਨਿੱਕੇ ਜਿਹੇ ਬੱਚੇ ਸਾਂ, ਸਰੀਰ ਵੀ ਛੋਟਾ ਸੀ ਤੇ ਖੁਰਾਕ ਖਾਂਦਿਆਂ ਖਾਂਦੇ ਜਵਾਨ ਹੋ ਗਏ। ਜਵਾਨ ਤੋਂ ਅੱਗੋਂ ਫਿਰ ਇਹ ਉਮਰ ਹੋ ਗਈ, ਹੁਣ ਅੱਧ ਕੱਢ ਹੋ ਗਏ ਆ। ਇਸੇ ਤਰ੍ਹਾਂ ਵਿਦਿਆ ਪੜ੍ਹਦਿਆਂ ਆਪਣੇ ਆਪ ਅੰਦਰ ਗੁਰੂ ਦੀ ਕਿਰਪਾ ਹੋ ਜਾਵੇ ਤੇ ਮਨ ਦੀ ਸੋਝੀ ਹੋ ਜਾਵੇ ਵੀ ਮਨ ਤੱਕ ਪਹੁੰਚ ਜਾਵੇ, ਇਹ ਮੇਰਾ ਮਨ ਹੈ। ਮਨ ਤੋਂ ਅੱਗੇ ਫਿਰ ਇੱਥੇ ਨਹੀਂ ਹੋਣਾ। ਇਹ ਜਿਹੜਾ ਇਹ ਦੂਜਾ ਪੜਾਅ ਹੈ। ਪਹਿਲਾ ਪੜਾਅ ਜਿੱਥੋਂ ਅਸੀਂ ਤੁਰੇ ਹਾਂ ਨਾ, ਉਹ ਹੈ ਵਿਦਿਆ ਦੀ ਪ੍ਰਾਪਤੀ। ਦੂਜਾ ਪੜਾਅ ਹੈ ਅਰਥ ਬੋਧ। ਸਾਨੂੰ ਸਾਰੀਆਂ ਗੱਲਾਂ ਦਾ ਅਰਥ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ।
ਚਾਹੀਦਾ। ਜੇ ਸਾਡੇ ਹੱਥ ਤੇ ਹੀਰਾ ਵੀ ਪਿਆ ਹੈ ਨਾ, ਸਾਡੇ ਲਈ ਉਹ ਵੀ ਪੱਥਰ ਹੈ। ਵਿਦਿਆ ਤੋਂ ਕੇਵਲ ਤੇ ਕੇਵਲ ਅਰਥ ਬੋਧ ਭਾਵ ਗਿਆਨ ਸਿੱਖਿਆ ਜਾਂਦਾ ਹੈ, ਜਿਹਨੂੰ ਅਖਰੀ ਗਿਆਨ ਆਖਦੇ। ਗਿਆਨ ਦੇ ਨਾਲ ਸਫ਼ਰ ਕਰਦਿਆਂ ਅੱਗੇ ਫਿਰ ਮਨ ਤੱਕ ਆਪਣੀ ਅਪਰੋਚ ਬਣਾਉਣੀ ਹੈ, ਮਨ ਤੱਕ ਪਹੁੰਚਣਾ ਹੈ। ਮਨ ਜਿਹੜਾ ਇੱਥੇ ਨਹੀਂ ਰੁਕਣਾ, ਮਨ ਤੋਂ ਅੱਗੇ ਫਿਰ ਆਤਮਾ ਤੱਕ ਪਹੁੰਚਣਾ ਹੈ, ਤੇ ਆਤਮਾ ਤੋਂ ਅੱਗੇ ਫਿਰ ਪਰਮ ਆਤਮਾ ਪਰਮਾਤਮਾ ਤੱਕ ਪਹੁੰਚਿਆ ਜਾਂਦਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਆਪ ਨੂੰ ਲੋਕ ਜਾਵੇ, ਕੇਵਲ ਲੋਕਾਂ ਨੂੰ ਹੀ ਸਮਝਾ ਰਿਹਾ ਪਰ ਆਪ ਨਹੀਂ ਸਮਝ ਰਿਹਾ, ਤੇ ਇਹ ਕਿੱਥੇ ਖੜ ਗਿਆ? ਇਹ ਮਨ ਤੱਕ ਵੀ ਨਹੀਂ ਗਿਆ, ਅਰਥਾਂ ਤੱਕ ਖੜ ਗਿਆ। ਇਹ ਮਨ ਕਾ ਅੰਧਾ ਅਜੇ ਮਨ ਵੱਲੋਂ ਅੰਨਾ ਹੈ, ਮਨ ਤੱਕ ਨਹੀਂ ਪਹੁੰਚਿਆ, ਅਰਥਾਂ ਤੇ ਖੜਿਆ ਹੋਇਆ। ਅੰਧ ਕਮਾਵੇ, ਤੇ ਇਹ ਜੋ ਵੀ ਕਰੇਗਾ ਨਾ ਉਹ ਅੰਨਿਆਂ ਦੀ ਤਰ੍ਹਾਂ ਕਰੇਗਾ। ਹੁਣ ਜਿਹੜਾ ਅੰਨਾ ਮਨੁੱਖ ਹੈ, ਉਹਦੀ ਕਿਰਤ ਦੇ ਵਿੱਚ ਤੇ ਸਜਾਖੇ ਦੀ ਕਿਰਤ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਜ਼ਰੂਰ ਹੁੰਦਾ ਹੈ। ਅੰਨਾ ਮਨੁੱਖ ਜਿਹੜਾ, ਉਹਨੂੰ ਕਿਸੇ ਸਜਾਖੇ ਦਾ ਸਹਾਰਾ ਜਿਹੜਾ ਉਹ ਜ਼ਰੂਰ ਲੈਣਾ ਪੈਂਦਾ ਹੈ। ਜਿਹੜਾ ਮਨੁੱਖ ਮਨ ਤੱਕ ਨਹੀਂ ਪਹੁੰਚਿਆ ਉਹ ਮਨ ਦਾ ਅੰਨਾ ਹੈ, ਤੇ ਉਹਦੇ ਕਿਰਿਆ ਕਰਮ ਜਿਹੜੇ ਨੇ ਉਹ ਵੀ ਅੰਨੇ ਹਨ ਜੀ। ਦਰ ਘਰ ਮਹਿਲ ਠੌਰ ਕੈਸੇ ਪਾਵੈ। ਜਿਵੇਂ ਇੱਕ ਅੰਨਾ ਮਨੁੱਖ ਹੈ, ਉਹ ਆਪਣੇ ਦਰਵਾਜ਼ੇ ਤੱਕ ਨਹੀਂ ਜਾ ਸਕਦਾ, ਆਪਣੇ ਘਰ ਤੱਕ ਨਹੀਂ ਪਹੁੰਚ ਸਕਦਾ, ਮਹਿਲ ਆਪਣੇ ਘਰ ਤੱਕ ਨਹੀਂ ਪਹੁੰਚ ਸਕਦਾ, ਤੇ ਫਿਰ ਗੁਰੂ ਜੀ ਰਹਿਮਤ ਕਰਦੇ ਨੇ ਸਰੂਪ ਦੀ ਪ੍ਰਾਪਤੀ ਕਿਵੇਂ ਹੋ ਜਾਏਗੀ? ਜਿੰਨੀਆਂ ਅੱਖਾਂ ਅੰਨੀਆਂ ਨੇ ਉਹ ਘਰੇ ਨਹੀਂ ਜਾ ਸਕਦਾ। ਉਸੇ ਤਰ੍ਹਾਂ ਮਨ ਕਾ ਅੰਧਾ ਜਿਹੜਾ ਅਜੇ ਮਨ ਤੱਕ ਹੀ ਨਹੀਂ ਪਹੁੰਚਿਆ, ਤੇ ਉਹਨੂੰ ਆਤਮਾ ਦਾ ਗਿਆਨ ਕੀ ਹੈ? ਜਿਹਨੂੰ ਆਤਮਾ ਦਾ ਗਿਆਨ ਹੋ ਗਿਆ ਫਿਰ ਉਹ ਪਰਮਾਤਮਾ ਦਾ ਗਿਆਨ ਵੀ ਪ੍ਰਾਪਤ ਕਰ ਲੇਗਾ। ਜਿਹੜਾ ਇਸ ਪਾਸੇ ਸਫ਼ਰ ਹੀ ਨਹੀਂ ਕਰ ਰਿਹਾ, ਤੁਰ ਹੀ ਨਹੀਂ ਰਿਹਾ। ਦਰ ਕਰ ਮਹਿਲ, ਮਹਿਲ ਦਾ ਅਰਥ ਹੈ ਸਰੂਪ। ਸਰੂਪ ਜੋ ਪਰਮਾਤਮਾ ਦਾ ਹੈ, ਉਹਦੇ ਦਰ ਤੱਕ ਘਰ ਤੱਕ ਇਹ ਨਹੀਂ ਪਹੁੰਚੇਗਾ। ਠੌਰ ਕੈਸੇ ਪਾਵੇ, ਤੇ ਫਿਰ ਆਸਰਾ ਦੱਸੋ ਇਹਨੂੰ ਕਿਵੇਂ ਮਿਲੇ? ਆਸਰਾ ਤਾਂ ਜੇ ਅਸੀਂ ਘਰ ਤੱਕ ਪਹੁੰਚਾਂਗੇ ਤੇ ਘਰ ਦਾ ਆਸਰਾ ਜਿਹੜਾ ਉਹਨੂੰ ਅਸੀਂ ਪ੍ਰਾਪਤ ਕਰਾਂਗੇ। ਜੇ ਘਰ ਤੱਕ ਹੀ ਨਹੀਂ ਪਹੁੰਚੇ ਤੇ ਫਿਰ ਭਾਈ ਰਾਤ ਰਾਹ 'ਚ ਹੀ ਪੈ ਗਈ, ਤੇ ਫਿਰ ਤਾਂ ਖੱਜਲ ਖੁਆਰੀ ਦੇ ਵਿੱਚ ਹੀ ਸੌਵਾਂਗੇ ਨਾ, ਜਾਂ ਸੜਕ 'ਤੇ ਸੌਣਾ ਪਏਗਾ, ਜਾਂ ਕਿਤੇ ਹੋਰ ਬੀਆਬਾਨ 'ਚ ਜਿੱਥੇ ਫਸੇ ਹੋਏ ਉੱਥੇ ਸੌਣਾ ਪਏਗਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜਿਹੜੀ, ਇਹ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਸਰੂਪ ਤੱਕ ਪਹੁੰਚੇ ਤੋਂ ਜਦੋਂ ਸਰੀਰ ਛੱਡ ਜਾਈਦਾ ਨਾ, ਤੇ ਫਿਰ ਇਹ ਖੱਜਲ ਖੁਆਰੀ ਹੈ, ਇਹਨੂੰ ਵੀ ਕੋਈ ਆਸਰਾ ਨਹੀਂ ਮਿਲਦਾ। ਇਹ ਫਿਰ ਜੂਨਾਂ ਦੇ ਵਿੱਚ ਧੱਕੇ ਖਾਂਦੀ ਫਿਰਦੀ ਹੈ। ਦਰ ਕਰ ਮਹਿਲ ਠੌਰ ਕੈਸੇ ਪਾਵੇ, ਜਿਹੜਾ ਸਰੂਪ ਦੀ ਪ੍ਰਾਪਤੀ ਵਾਲਾ ਨਹੀਂ ਹੋਇਆ ਉਹਨੂੰ ਕੋਈ ਆਸਰਾ ਵੀ ਨਹੀਂ ਮਿਲਦਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਪਾਵਨ ਸ਼ਬਦ ਦੀਆਂ 3 ਪੌੜੀਆਂ ਹੋਈਆਂ ਨੇ। 8 ਪੌੜੀਆਂ ਦਾ ਸ਼ਬਦ ਹੈ। ਗੁਰੂ ਜੀ ਕਿਰਪਾ ਕਰਨਗੇ, ਆਪ ਦੀ ਸੇਵਾ ਆਪ ਲੈ ਲੈਣਗੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਆਪ ਨਾ ਬੁਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾ